आए प्रभ सरनागति कृपा निध दयाल। एक अखर हर मन बस्त नानक होत निहाल। सतपुरख जिन जानिया सतगुर तिसका नाओ। तिसकै संग सिख उधरै नानक हर गुण गाओ। पूरा प्रभ आराध्या पूरा जाका नाओ। नानक पूरा पाया पूरे के गुण गाओ। तेर कर बैसो हर जन प्यारे सतगुर तुमरे काज सवारे। दुष्ट दूत परमेश्वर मारे जन की पैज रखी करतारे। बादशाह शाह सब बस कर दीने अमृत नाम महारस पीने। निरभौ होए भजो भगवान साध संगत मिल कीनो दान। सरन परे प्रभ अंतर जामी नानक ओट पकरी प्रभ स्वामी। सरन परे प्रभ अंतर जामी नानक ओट पकरी प्रभ स्वामी। सुखाओ टल गुर सेविय ऐनस सहज सुभाए। दर्शन परसय गुरु कै जन्म मरण दुख जाय। होवै सिफतक सामंदी नूर अरसों कुरसों चटिया। तुध डिठे सच्चे पातशाह माल जन्म जन्म दी कटिया। डिठे सच्चे पातशाह माल जन्म जन्म दी कटिया। सतनाम श्री वाहिगुरु साहिब जीओ। सोरठ महला पंजवा। आगे सुख मेरे मीता पाछे आनंद प्रभ कीता। परमेश्वर बनत बनाई फिर डोलत कत हो नाही। साचे साहिब स्यो मन मानिया हर सर्ब निरंतर जानिया। आगे सुख मेरे मीता। वाहिगुरु जी का खालसा वाहिगुरु जी की फतेह। पतत पावन कृपा निधान गरीब नवाज सतगुरु श्री गुरु ग्रंथ साहिब जियां दी पवित्र पावन हजूरी अंदर सुशोभत हो रही गुरु की साध संगत
ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਮਹਾਰਾਜ ਸਾਹਿਬ ਜੀਆਂ ਦਾ ਫਰਮਾਨ ਹੈ, ਕੋਈ ਗਾਵੈ ਕੋ ਸੁਨੈ ਹਰ ਨਾਮਾ ਚਿਤ ਲਾਏ। ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਇਹ ਨਾਮ ਦੀ ਐਸੀ ਵੱਡੀ ਵਡਿਆਈ ਹੈ, ਜਿਹੜਾ ਵੀ ਇਸ ਨਾਮ ਨੂੰ ਸਰਵਣ ਕਰਦਾ ਹੈ ਜਾਂ ਇਸ ਨਾਮ ਨੂੰ ਜਪਦਾ ਹੈ, ਸਤਿਗੁਰੂ ਕਹਿਣ ਲੱਗੇ ਉਸ ਨੂੰ ਕੇਵਲ ਮੋਕਸ਼ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਮੁਕਤ ਹੋ ਜਾਂਦਾ। ਇੱਥੇ ਮਹਾਰਾਜ ਜੀਆਂ ਨੇ ਮੁਕਤੀ ਦਾ ਬਚਨ ਤਾਂ ਕੀਤਾ ਹੈ, ਦੁਨੀਆ ਦਾ ਕੋਈ ਵੀ ਪਦਾਰਥ ਅਸੀਂ ਦਾਨ ਕਰ ਲਈਏ, ਪੁੰਨ ਕਰ ਲਈਏ, ਕਰਮ ਕਰ ਲਈਏ, ਕਿਸੇ ਵੀ ਕਰਮ ਦੇ ਨਾਲ ਮੁਕਤੀ ਨਹੀਂ ਹੈ। ਕਿਸੇ ਵੀ ਦਾਨ ਦੇ ਨਾਲ ਮੁਕਤ ਨਹੀਂ ਹੋਈਦਾ। ਮੁਕਤੀ ਕੇਵਲ ਇੱਕ ਪਰਮਾਤਮਾ ਦੇ ਨਾਮ ਦੇ ਵਿੱਚੋਂ ਹੈ। ਬੜੇ ਬੜੇ ਰਾਜੇ ਮਹਾਰਾਜੇ ਦੁਨੀਆ ਵਿੱਚ ਹੋਏ, ਜਿਨ੍ਹਾਂ ਨੇ ਬਹੁਤ ਬਹੁਤ ਵੱਡੇ ਯੱਗ ਕੀਤੇ। ਯੱਗ ਕਰਨ ਤੋਂ ਮਗਰੋਂ ਵੀ ਉਹਨਾਂ ਨੂੰ ਜੇ ਸਵਰਗਾਂ ਦਾ ਰਾਜ ਮਿਲਿਆ ਤੇ ਉਸ ਰਾਜ ਨੂੰ ਵੀ ਛੱਡ ਕੇ ਦੁਨੀਆ 'ਤੇ ਆਉਣਾ ਪਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਰਾਮ ਨਾਮ ਸਰ ਤਉ ਨ ਪੂਜੈ। ਪਰਮੇਸ਼ਰ ਦੇ ਨਾਮ ਦੇ ਬਰਾਬਰ ਦੁਨੀਆ ਦੀ ਕੋਈ ਵਸਤੂ ਨਹੀਂ ਹੈ। ਭਾਵੇਂ ਦਾਨ ਹੈ, ਪੁੰਨ ਹੈ, ਤੀਰਥ ਯਾਤਰਾ ਹੈ, ਕਰਮਕਾਂਡ ਹੈ, ਜੋ ਵੀ ਦੁਨੀਆ ਕਰਦੀ ਹੈ, ਨਾਮ ਤੋਂ ਸਭ ਕੁਝ ਥੱਲੇ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਹਨੇ ਨਾਮ ਜਪਿਆ ਜਾਂ ਜਿਹਨੇ ਸੁਣਿਆ ਨਾ, ਉਹ ਕੇਵਲ ਮੋਕਸ਼ ਨੂੰ ਪ੍ਰਾਪਤ ਹੁੰਦਾ। ਆਪ ਸੰਗਤਾਂ ਗੁਰੂ ਦਰਬਾਰ ਵਿੱਚ ਇਕੱਤਰਤ ਹੋਏ, ਉਹ ਸਤਿਗੁਰਾਂ ਦੀ ਬਾਣੀ ਸੁਣ ਰਹੇ ਸੀ, ਪੜ੍ਹ ਰਹੇ ਸੀ। ਇਸ ਵੇਲੇ ਆਪਾਂ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਨ ਜਾ ਰਹੇ ਹਾਂ। ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਨਾਲ ਸਤਿਗੁਰਾਂ ਦੇ ਪਵਿੱਤਰ ਆਗਾਮੀ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਪੰਜਵਾ। ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਹ ਪਾਵਨ ਪਵਿੱਤਰ ਉਪਦੇਸ਼ ਗੁਰਬਾਣੀ ਦਾ ਇੱਥੇ ਬਖਸ਼ਿਸ਼ ਕਰ ਰਹੇ ਨੇ। ਮਹੱਲਾ ਨਾਮ ਸਰੂਪ ਦਾ ਹੈ। ਪੰਜਵੇਂ ਸਰੂਪ ਗੁਰੂ ਅਰਜਨ ਦੇਵ ਪਾਤਸ਼ਾਹ ਹਨ, ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ। ਅਤੇ ਸੋਰਠ ਰਾਗ ਦਾ ਇਹ ਉਪਦੇਸ਼ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਦੀ ਗੁਰਬਾਣੀ 31 ਰਾਗਾਂ ਦੇ ਵਿੱਚ ਮਹਾਰਾਜ ਨੇ ਦਰਜ ਕੀਤੀ ਹੈ। 84 ਰਾਗਾਂ ਦਾ ਜ਼ਿਕਰ ਮਹਾਰਾਜ ਜੀਆਂ ਨੇ ਰਾਗਮਾਲਾ ਦੀ ਗੁਰਬਾਣੀ ਦੇ ਅੰਦਰ ਕੀਤਾ ਹੈ ਅਤੇ 31 ਰਾਗਾਂ ਵਿੱਚ ਗੁਰਬਾਣੀ ਨੂੰ ਰਚਿਆ। ਉਹਦੇ ਵਿੱਚੋਂ ਸੋਰਠ ਰਾਗ ਮਹਾਰਾਜ ਬਖਸ਼ਿਸ਼ ਕਰਦੇ ਨੇ। ਖਸਟਮ ਮੇਘ ਰਾਗ ਵੈ ਗਾਵੈ, ਪੰਚੋ ਸੰਗ ਬਰੰਗਨ ਲਾਵੈ। ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵੈ, ਆਸਾ ਗੁਣ ਗੁਣੀ। ਰਾਗਮਾਲਾ ਦੀ ਬਾਣੀ ਵਿੱਚ ਮਹਾਰਾਜ ਜੀ ਸੋਰਠ ਨੂੰ ਰਾਗਨੀ ਲਿਖਦੇ ਨੇ ਅਤੇ ਇਸ ਰਾਗਨੀ ਦੇ ਅੰਦਰ ਉਪਦੇਸ਼ ਮਹਾਰਾਜ ਜੀਆਂ ਨੇ ਬਖਸ਼ਿਆ ਹੈ। 629 ਅੰਗ ਦੇ ਉੱਪਰ ਮਹਾਰਾਜ ਜੀਆਂ ਦਾ ਇਹ ਅਖੀਰਲਾ ਸ਼ਬਦ ਹੈ। ਇਸ ਤੋਂ ਅਗਲੇ ਅੰਗ ਦੀ ਫਿਰ ਆਪਾਂ ਵਿਚਾਰ ਅਗਲੇ ਦੀਵਾਨ ਵਿੱਚ ਵੀ ਸਰਵਣ ਕਰਾਂਗੇ। ਸੋ 629 ਅੰਗ ਦੇ ਉੱਪਰ ਸਭ ਤੋਂ ਥੱਲੇ ਵਾਲਾ ਅਖੀਰਲਾ ਸ਼ਬਦ ਜੋੜ ਹੈ, ਉਹ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਦੇ ਹਨ। ਆਗੇ ਸੁਖ ਮੇਰੇ ਮੀਤਾ। ਕਹਿਣ ਲੱਗੇ ਆਗੇ ਸੁਖ। ਆਗੇ ਤੋਂ ਭਾਵ ਜਿੱਥੇ ਸਰੀਰ ਛੱਡ ਕੇ ਜਾਣਾ ਹੈ ਪਰਲੋਕ ਦੇ ਵਿੱਚ, ਉਹਨਾਂ ਗੁਰਮੁਖਾਂ ਨੂੰ ਉੱਥੇ ਸੁਖ ਪ੍ਰਾਪਤ ਹੁੰਦਾ ਜਿਨ੍ਹਾਂ ਨੇ ਨਾਮ ਜਪਿਆ। ਮਹਾਰਾਜ ਦਾ ਬਚਨ ਪੜ੍ਹਦੇ ਆ, ਜਿਨੀ ਨਾਮ ਧਿਆਇਆ ਗਏ। ਜਿਨ੍ਹਾਂ ਨੇ ਨਾਮ ਜਪਿਆ ਤੇ ਉਹ ਦੁਨੀਆ ਤੋਂ ਚਲੇ ਗਏ। ਚਲੇ ਗਏ ਨੇ ਕੀ ਕਰਕੇ? ਕਮਾਈ ਕਰਕੇ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਮਸ਼ੱਕਤ ਮਿਹਨਤ ਕਰਕੇ। ਨਾਮ ਜਪਣਾ ਵੀ ਸਭ ਤੋਂ ਵੱਡੀ ਮਿਹਨਤ ਹੈ। ਮਹਾਰਾਜ ਸਾਹਿਬ ਜੀਆਂ ਦਾ ਬਚਨ ਹੈ, ਆਖਣ ਔਖਾ ਸਾਚਾ ਨਾਉ। ਨਾਮ ਜਪਣਾ ਬੜਾ ਭਾਰੀ ਕਠਿਨ ਹੈ, ਬੜਾ ਭਾਰੀ ਔਖਾ ਹੈ, ਪਰ ਇਹ ਨਾਮ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਉੱਪਰ ਕਿਰਪਾ ਹੋਵੇ। ਦੁਨੀਆ ਵਿੱਚ ਭਾਵੇਂ ਕੋਈ ਦਿਹਾੜੀਦਾਰ ਹੈ ਨਾ, ਪੱਲੇਦਾਰ, ਕੋਈ ਮਜ਼ਦੂਰ ਹੈ, ਮਜ਼ਦੂਰੀ ਕਰਨੀ ਬੜੀ ਔਖੀ ਲੱਗਦੀ ਹੈ, ਪਰ ਨਾਮ ਜਪਣਾ ਉਸ ਤੋਂ ਵੀ ਔਖਾ ਲੱਗਦਾ ਹੈ।
ਸੋ ਇਸ ਕਰਕੇ ਨਾਮ ਨੂੰ ਮਹਾਰਾਜ ਜੀਆਂ ਨੇ ਔਖਾ ਇੱਥੇ ਸ਼ਬਦ ਦੇ ਨਾਲ ਸੰਬੋਧਨ ਕੀਤਾ, ਪਰ ਨਾਮ ਜਪਣ ਵਾਲਿਆਂ ਨੂੰ ਸੁੱਖ ਵੀ ਵੱਡਾ ਭਾਰੀ ਪ੍ਰਾਪਤ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਇੱਕ ਸੇਵਕ, ਇੱਕ ਭਗਤ ਲਾਹੌਰ ਸ਼ਹਿਰ ਦੇ ਵਿੱਚ ਰਹਿੰਦਾ ਹੈ। ਸੋ ਨਾਮ ਹੈ ਭਾਈ ਛੱਜੂ ਜੀ। ਲਾਹੌਰ ਦੇ ਵਿੱਚ ਰਹਿੰਦਾ ਹੈ, ਆਪਣੇ ਚੁਬਾਰੇ ਦੇ ਵਿੱਚ ਬੈਠਾ ਸਿਮਰਨ ਕਰਦਾ ਰਹਿੰਦਾ। ਇੱਕ ਦਿਨ ਕੀ ਹੋਇਆ, ਬਹੁਤ ਜ਼ਿਆਦਾ ਬਰਸਾਤ ਹੋਈ, ਮੀਂਹ ਪੈਣ ਲੱਗ ਪਿਆ। ਕੋਈ ਦਿਹਾੜੀਦਾਰ ਲੋਕ ਜਿਹੜੇ ਬਾਹਰ ਚੌਂਕ ਵਿੱਚ ਆ ਕੇ ਸੜਕ 'ਤੇ ਖੜ੍ਹੇ ਹੋਏ, ਕਾਹਦੇ ਵਾਸਤੇ ਕਿ ਸਾਨੂੰ ਕੋਈ ਆ ਕੇ ਲੈ ਜਾਵੇ, ਸਾਡੇ ਕੋਲੋਂ ਕੋਈ ਦਿਹਾੜੀ ਕਰਵਾਵੇ ਅਤੇ ਸਾਨੂੰ ਮਿਹਨਤ ਮੁਸ਼ੱਕਤ ਦੇ ਦੇਵੇ, ਸਾਡਾ ਗੁਜ਼ਾਰਾ ਅੱਜ ਦਾ ਹੋ ਜਾਵੇ। ਪਰ ਮੀਂਹ ਪੈਣ ਕਰਕੇ ਕੋਈ ਵੀ ਲੈਣ ਵਾਸਤੇ ਨਾ ਅੱਜ ਆਇਆ। ਤੇ ਜਦੋਂ ਭਾਈ ਛੱਜੂ ਜੀਆਂ ਦੀ ਨਿਗਾਹ ਪਈ ਨਾ, ਬਾਰੀ ਦੇ ਵਿੱਚੋਂ, ਤਾਕੀ ਦੇ ਵਿੱਚੋਂ ਬਾਹਰ ਨੂੰ ਵੇਖਿਆ ਬੜੇ ਵਿਚਾਰੇ ਉਦਾਸ ਖਲੋਤੇ ਨੇ। ਜਾ ਕੇ ਪੁੱਛਿਆ, ਕਹਿਣ ਲੱਗੇ ਕੀ ਕਾਰਨ ਹੈ, ਤੁਸੀਂ ਕਿਉਂ ਇੰਨੇ ਉਦਾਸ ਖਲੋਤੇ ਹੋ? ਕਹਿਣ ਲੱਗੇ ਭਗਤ ਜੀ, ਅੱਜ ਮੀਂਹ ਪੈਂਦਾ ਪਿਆ, ਸਾਨੂੰ ਕੋਈ ਅੱਜ ਦਿਹਾੜੀ ਤੇ ਲੈਣ ਨਹੀਂ ਆਇਆ, ਤੇ ਜੇ ਦਿਹਾੜੀ ਨਹੀਂ ਕਰਾਂਗੇ ਤੇ ਮਾਇਆ ਨਹੀਂ ਬਣੇਗੀ ਤੇ ਪਰਿਵਾਰ ਦਾ ਰਾਸ਼ਨ ਕਿਵੇਂ ਲੈ ਕੇ ਜਾਵਾਂਗੇ? ਸਾਨੂੰ ਪਰਿਵਾਰ ਦੇ ਗੁਜ਼ਾਰੇ ਦੀ ਚਿੰਤਾ ਪਈ ਹੋਈ ਹੈ। ਜਦੋਂ ਭਗਤ ਜੀ ਨੇ ਸੁਣੇ ਬਚਨ, ਕਹਿਣ ਲੱਗੇ ਆਓ ਮੇਰੇ ਨਾਲ। ਆਪਣੇ ਚੁਬਾਰੇ ਵਿੱਚ ਲੈ ਕੇ ਆ ਗਿਆ। ਕਹਿਣ ਲੱਗੇ ਕਿੰਨੀ ਦਿਹਾੜੀ ਮਿਲਦੀ ਹੈ? ਕਹਿਣ ਲੱਗੇ ਜੀ 4-4 ਆਨੇ ਦਿਹਾੜੀ ਲੈਂਦੇ ਆ। ਕਹਿੰਦੇ ਅਸੀਂ 8 ਆਨੇ ਦਿਹਾੜੀ ਦੇਵਾਂਗੇ, ਡਬਲ ਦਿਹਾੜੀ ਦੇਵਾਂਗੇ, ਜਿੰਨੀ ਤੁਹਾਨੂੰ ਉੱਥੇ ਮਿਲਦੀ ਹੈ ਉਸ ਤੋਂ ਦੁੱਗਣੀ ਦਿਹਾੜੀ ਮੈਂ ਦੇਵਾਂਗਾ। ਕਹਿਣ ਲੱਗੇ ਜੀ ਕੰਮ ਵੀ ਫਿਰ ਡਾਢਾ ਔਖਾ ਹੋਵੇਗਾ। ਕਹਿਣ ਲੱਗੇ ਕੰਮ ਔਖਾ ਨਹੀਂ ਹੈ, ਬਸ ਤੁਸੀਂ ਬੈਠ ਕੇ ਨਾਮ ਜਪਣਾ ਹੈ। ਮਜ਼ਦੂਰ ਖੁਸ਼ ਹੋ ਗਏ। ਕਹਿਣ ਲੱਗੇ ਸਾਰਾ ਦਿਨ ਭਰਿਆ ਟੋਕਰਾ ਸਿਰ 'ਤੇ ਰਹਿੰਦਾ, ਮਿੱਟੀ ਨਾਲ ਮਿੱਟੀ ਹੋਏ ਰਹਿੰਦੇ, ਗਰਮੀ ਦੇ ਵਿੱਚ ਇੰਨੇ ਆਪਣੇ ਸਰੀਰ ਨੂੰ ਦੁੱਖ ਦਿੰਦੇ ਆ, ਉੱਥੇ ਸਾਨੂੰ 4-4 ਆਨੇ ਮਿਲਦੇ, ਇੱਥੇ ਖੁੱਲ੍ਹੀ ਠੰਡੀ ਹਵਾ ਵਿੱਚ ਬੈਠਣਾ 8 ਆਨੇ ਮਿਲਣਗੇ, ਕੰਮ ਵੀ ਕੋਈ ਨਹੀਂ ਕਰਨਾ, ਨਾਮ ਹੀ ਜਪਣਾ, ਬੈਠੇ ਜਪੀ ਚੱਲਦੇ। ਕਹਿਣ ਲੱਗੇ ਸਾਨੂੰ ਮਨਜ਼ੂਰ ਹੈ, ਅਸੀਂ ਇਸ ਕੰਮ ਨੂੰ ਕਰਦੇ ਹਾਂ। ਥੋੜ੍ਹਾ ਸਮਾਂ ਬੈਠ ਕੇ ਨਾਮ ਜਪਿਆ। ਜਦੋਂ ਕੁਝ ਕੁ ਸਮਾਂ ਹੋਇਆ, ਘੰਟਾ 1.5 ਘੰਟੇ ਦਾ ਸਮਾਂ ਲੰਘਿਆ, ਆਪਸ ਵਿੱਚ ਗੱਲਾਂ ਕਰਨ ਲੱਗ ਪਏ, ਇੱਕ ਦੂਜੇ ਨਾਲ ਬੋਲਣ ਲੱਗ ਪਏ। ਭਗਤ ਜੀ ਨੇ ਵੇਖਿਆ ਵੀ ਇਹ ਤੇ ਗੱਲਾਂ ਬਾਤਾਂ ਇਹਨਾਂ ਦੀਆਂ ਸ਼ੁਰੂ ਹੋ ਗਈਆਂ। ਕਹਿਣ ਲੱਗੇ ਭਾਈ ਸਾਰੇ ਜਾਣੇ 4-4 ਫੁੱਟ ਦੀ ਦੂਰੀ ਬਣਾ ਕੇ ਬੈਠੋ, ਇੱਕ ਦੂਜੇ ਦੇ ਕੋਲ ਨਾ ਬੈਠੋ। ਜਿਸ ਤਰ੍ਹਾਂ ਬੱਚਿਆਂ ਦੇ ਪੇਪਰ ਹੁੰਦੇ ਨਾ ਸਕੂਲ ਦੇ ਵਿੱਚ, ਅਤੇ ਪੜ੍ਹਾਉਣ ਵਾਲਾ ਜਿਹੜਾ ਹੈ ਟੀਚਰ ਅਧਿਆਪਕ ਉਹਨਾਂ ਨੂੰ ਦੂਰ ਬਿਠਾ ਦਿੰਦਾ, ਨਕਲ ਨਾ ਮਾਰ ਲੈਣ, ਇੱਕ ਦੂਜੇ ਨਾਲ ਗੱਲ ਨਾ ਕਰ ਲੈਣ। ਇਸੇ ਤਰ੍ਹਾਂ ਭਗਤ ਜੀ ਨੇ ਸਾਰਿਆਂ ਨੂੰ ਦੂਰ ਕਰਕੇ ਬਿਠਾ ਦਿੱਤਾ। ਜਦੋਂ ਬੈਠ ਗਏ ਅਤੇ ਹੁਣ ਨਾਮ ਜਪਣਾ ਹੋਰ ਔਖਾ ਲੱਗਦਾ, ਮਸਾਂ ਪਾਸੇ ਮਾਰਦਿਆਂ ਇੱਧਰ ਉੱਧਰ ਵੇਖਦਿਆਂ ਉਬਾਸੀਆਂ ਲੈਂਦਿਆਂ ਵਿੰਗੇ ਟੇਢੇ ਹੁੰਦਿਆਂ ਇਹਨਾਂ ਨੇ 8 ਘੰਟੇ ਮਸਾਂ ਪੂਰੇ ਕੀਤੇ। ਜਦੋਂ 8 ਘੰਟੇ ਪੂਰੇ ਹੋਏ, ਭਗਤ ਜੀਆਂ ਨੇ ਦੁੱਗਣੀ ਦਿਹਾੜੀ ਦਾ ਬਚਨ ਕੀਤਾ, ਸਾਰਿਆਂ ਨੂੰ 8-8 ਆਨੇ ਦੇ ਦਿੱਤੇ। ਨਾਲ ਹੀ ਬਚਨ ਕੀਤਾ, ਕਹਿਣ ਲੱਗੇ ਭਾਈ ਇਹ ਕੰਮ ਕੱਲ੍ਹ ਨੂੰ ਵੀ ਇਸੇ ਤਰ੍ਹਾਂ ਹੀ ਚੱਲਣਾ ਹੈ, ਜਿਹਦਾ ਜੀ ਕਰੇ, ਜਿਹਨੂੰ ਦਿਹਾੜੀ ਨਾ ਮਿਲੇ ਉਹ ਸਿੱਧਾ ਇੱਥੇ ਮੇਰੇ ਕੋਲ ਆ ਜਾਇਆ ਕਰੋ। 4 ਆਨੇ ਦੀ ਜਗ੍ਹਾ 8 ਆਨੇ ਲਿਆ ਕਰੋ ਅਤੇ ਨਾਮ ਆ ਕੇ ਜਪਿਆ ਕਰੋ। ਕਹਿਣ ਲੱਗੇ ਭਗਤ ਜੀ 8 ਆਨੇ ਤੇ ਕੀ, ਤੁਸੀਂ ਸਾਨੂੰ 16 ਆਨੇ ਵੀ ਦੇਵੋ ਨਾ, ਤੇ ਤਾਂ ਵੀ ਇਹ ਸਾਨੂੰ ਕੰਮ ਕਰਨਾ ਬੜਾ ਔਖਾ ਲੱਗਦਾ। ਕੰਮ ਮਜ਼ਦੂਰੀ ਕਰਨੀ ਸੌਖੀ ਹੈ, ਪਰ ਆ ਬੈਠ ਕੇ ਨਾਮ ਜਪਣਾ ਇਹ ਬੜਾ ਡਾਢਾ ਔਖਾ, ਇਹ ਨਹੀਂ ਸਾਡੇ ਕੋਲੋਂ ਹੁੰਦਾ। ਅਸੀਂ ਤੇ 16 ਆਨੇ ਲੈ ਕੇ ਵੀ ਇਹ ਕੰਮ ਕਰ ਨਹੀਂ ਸਕਦੇ। ਸਤਿਗੁਰੂ ਕਹਿਣ ਲੱਗੇ ਆਖਣੇ ਔਖਾ, ਸਾਚਾ ਨਾਉ, ਨਾਮ ਜਪਣਾ ਬੜਾ ਭਾਰੀ ਔਖਾ ਹੈ। ਤਾਂ ਮਹਾਰਾਜ ਜੀ ਨੇ ਬਚਨ ਲਿਖਿਆ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ। ਮਸ਼ੱਕਤ ਤੋਂ ਭਾਵ ਹੈ ਮਿਹਨਤ ਕਰਕੇ, ਜਿਹੜੇ ਘਾਲਣਾ ਕਰਕੇ ਗਏ, ਕਮਾਈ ਕਰਕੇ ਗਏ, ਐਸੀ ਕਮਾਈ ਕਰਕੇ ਜਿਨ੍ਹਾਂ ਨੇ ਨਾਮ ਜਪਿਆ। ਪਾਤਸ਼ਾਹ ਕਹਿਣ ਲੱਗੇ ਉਹਨਾਂ ਨੂੰ ਅੱਗੇ ਪਰਲੋਕ ਦੇ ਵਿੱਚ ਮੁੱਖ ਉਜਲਾ ਹੁੰਦਾ। ਅੱਗੇ ਜਿਨੀ ਨਾਮ ਧਿਆਇਆ ਗਏ, ਜਿਹੜੇ ਨਾਮ ਜਪ ਕੇ ਇੱਥੋਂ ਗਏ ਨੇ, ਮਸ਼ੱਕਤ ਕਰਕੇ ਗਏ, ਮਿਹਨਤ ਕਰਕੇ ਗਏ, ਘਾਲ ਕਮਾਈ ਕਰਕੇ ਗਏ, ਤੇ ਮਹਾਰਾਜ ਕਹਿੰਦੇ ਉਹਨਾਂ ਦੇ ਮੁਖ ਤੇ ਹੋ ਜਾਣਗੇ ਉਜਲੇ। ਹੋਰ ਕੀਤੀ ਛੁੱਟੀ ਨਾਲ, ਹੋਰ ਜਿੰਨੇ ਉਹਨਾਂ ਦੀ ਸੰਗਤ ਕਰਨਗੇ ਨਾ, ਉਹਨਾਂ ਦੀ ਸੰਗਤ ਵਿੱਚ ਬੈਠਣ ਵਾਲੇ, ਸੰਗਤ ਵਿੱਚ ਆਉਣ ਵਾਲੇ, ਉਹਨਾਂ ਦੀ ਵੀ ਨਾਲ ਛੁੱਟੀ ਹੋ ਜਾਵੇਗੀ ਬੰਧਨਾਂ ਤੋਂ, ਵੀ ਬੰਧਨਾਂ ਤੋਂ ਛੁੱਟ ਜਾਣਗੇ, ਮੁਕਤ ਹੋ ਜਾਣਗੇ। ਐਸਾ ਇਹ ਵੱਡਾ ਨਾਮ ਹੈ ਜਿਹੜਾ ਪਰਲੋਕ ਦੇ ਵਿੱਚ ਸੁਖ ਦਿੰਦਾ ਹੈ। ਮਹਾਰਾਜ ਸਾਹਿਬ ਜੀਆਂ ਦਾ ਬਚਨ ਹੈ, ਆਗੇ ਸੁਖ ਮੇਰੇ ਮੀਤਾ, ਐ ਮੇਰੇ ਮਿੱਤਰੋ, ਮੇਰੇ ਭਰਾਵੋ, ਜਿਨ੍ਹਾਂ ਨੇ ਨਾਮ ਜਪਿਆ, ਜਿਹੜੇ ਨਾਮ ਜਪਦੇ ਨੇ ਜਾਂ ਜਿਹੜੇ ਨਾਮ ਜਪ ਕੇ ਗਏ ਨੇ,
ਉਹਨਾਂ ਨੂੰ ਅੱਗੇ ਪਰਲੋਕ ਦੇ ਵਿੱਚ ਬੜਾ ਭਾਰੀ ਸੁੱਖ ਪ੍ਰਾਪਤ ਹੁੰਦਾ ਪਿਆ, ਬੜਾ ਭਾਰੀ ਸੁੱਖ ਮਿਲਿਆ ਜਿਹੜੇ ਨਾਮ ਨੂੰ ਜਪਦੇ ਨੇ, ਜਿਹੜੇ ਨਾਮ ਦੀ ਪ੍ਰਾਪਤੀ ਕਰਦੇ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀਆਂ ਨੇ ਇਹ ਜਿਹੜਾ ਸੁੱਖ ਹੈ ਨਾ ਆਪਣੇ ਪਿਤਾ ਕਲਿਆਣ ਚੰਦ ਜੀ ਬਾਬਾ ਮਹਿਤਾ ਕਾਲੂ ਜੀ ਨੂੰ ਦਿਖਾਇਆ। ਬਾਬਾ ਮਹਿਤਾ ਕਾਲੂ ਜੀ ਕਹਿਣ ਲੱਗੇ, ਪੁੱਤਰ ਆ ਜਿਹੜੇ ਕਰਮਕਾਂਡ ਕਰੀਏ ਤੇ ਪਿਤਰਾਂ ਨੂੰ ਸੁੱਖ ਮਿਲਦਾ ਹੈ। ਤੇ ਬਾਬਾ ਨਾਨਕ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਪਿਤਾ ਜੀ ਤੁਹਾਡੇ ਪਿਤਰਾਂ ਨੂੰ ਕੋਈ ਲੋੜ ਹੀ ਨਹੀਂ ਹੈ, ਤੁਹਾਨੂੰ ਕੋਈ ਕੰਮ ਕਰਨ ਦੀ, ਜਗ ਪੁੰਨ ਦਾਨ ਕਰਨ ਦੀ, ਇਹ ਜਿਹੜੇ ਦੁਨੀਆ ਕਰਮ ਕਰਦੀ ਹੈ ਤੁਹਾਨੂੰ ਕਰਨ ਦੀ ਲੋੜ ਨਹੀਂ ਹੈ। ਕਹਿਣ ਲੱਗੇ ਕਿਉਂ, ਸਾਨੂੰ ਲੋੜ ਕਿਉਂ ਨਹੀਂ ਹੈ? ਕਹਿਣ ਲੱਗੇ ਤੁਹਾਡੇ ਪਿਤਰ ਤੇ ਉੱਥੇ ਪਹੁੰਚ ਗਏ ਜਿੱਥੇ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ ਹੈ। ਕਹਿਣ ਲੱਗੇ ਜਾਂ ਤਾਂ ਫਿਰ ਮੈਨੂੰ ਦਿਖਾਓ ਤਾਂ ਮੈਨੂੰ ਯਕੀਨ ਆਵੇਗਾ। ਉਸ ਵੇਲੇ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀਆਂ ਨੇ ਬੇਅੰਤ ਕਿਰਪਾ ਕਰਕੇ ਆਪਣੇ ਪਿਤਾ ਕਲਿਆਣ ਚੰਦ ਜੀਆਂ ਨੂੰ ਪਰਲੋਕ ਦੇ ਸੱਚਖੰਡ ਦੇ ਜਦੋਂ ਸੁੱਖ ਵਿਖਾਏ, ਆਨੰਦ ਵਿਖਾਇਆ। ਆਨੰਦ ਵਿਖਾਉਣ ਤੋਂ ਮਗਰੋਂ ਆਖਿਆ ਪਿਤਾ ਜੀ ਹੁਣ ਨੇਤਰ ਖੋਲ੍ਹੋ, ਆਪ ਜੀ ਨੇ ਸੁੱਖ ਆਨੰਦ ਨੂੰ ਵੇਖ ਲਿਆ ਹੈ। ਉਸ ਵੇਲੇ ਪਿਤਾ ਜੀ ਨੂੰ ਸ਼ਰਧਾ ਆ ਗਈ ਸਤਿਗੁਰਾਂ ਦੇ ਉੱਪਰ। ਕਹਿਣ ਲੱਗੇ ਮਹਾਰਾਜ ਆਪ ਜੀ ਤੇ ਸਮਰੱਥ ਹੋ, ਮਾਲਕ ਹੋ, ਮੈਨੂੰ ਤੇ ਪਤਾ ਨਹੀਂ, ਮੈਂ ਤੇ ਇੱਕ ਆਮ ਬਾਲਕ ਜਾਣ ਕੇ, ਆਪਣਾ ਪੁੱਤਰ ਜਾਣ ਕੇ ਤੁਹਾਨੂੰ ਸਾਰੀ ਉਮਰ ਝਿੜਕਿਆ, ਪਰ ਮੈਨੂੰ ਅੱਜ ਪਤਾ ਲੱਗਾ ਤੁਸੀਂ ਤੇ ਪਰਮੇਸ਼ਰ ਹੋ। ਹੁਣ ਜਿੱਥੇ ਸਾਡੇ ਪਿੱਤਰ ਬੈਠੇ ਨੇ ਵੱਡੇ ਵਡੇਰੇ, ਜਿੱਥੇ ਸੁੱਖ ਲੈਂਦੇ ਪਏ, ਮੈਨੂੰ ਵੀ ਉੱਥੇ ਹੀ ਭੇਜ ਦਿਓ, ਮੈਂ ਵੀ ਜਾ ਕੇ ਉੱਥੇ ਸੁੱਖ ਲੈਣੇ ਚਾਹੁੰਦਾ, ਉਹ ਆਨੰਦ ਲੈਣੇ ਚਾਹੁੰਦਾ ਹਾਂ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਿਤਾ ਜੀ ਹਾਲੇ ਤੁਹਾਡੀ ਕੁਝ ਉਮਰਾਂ ਬਾਕੀ ਹੈ, ਆਪਣੀ ਉਮਰਾਂ ਨੂੰ ਮਾਣੋ ਅਤੇ ਫਿਰ ਜਾ ਕੇ ਸੱਚਖੰਡ ਦੇ ਸੁੱਖ ਤੁਹਾਨੂੰ ਪ੍ਰਾਪਤ ਹੋਣਗੇ। ਇਹ ਜਿਹੜੇ ਸੁੱਖਾਂ ਦੀ ਬਾਤ ਹੈ ਇੱਥੇ ਮਹਾਰਾਜ ਫਰਮਾਉਂਦੇ, ਕਹਿਣ ਲੱਗੇ ਆਗੈ ਸੁੱਖ ਮੇਰੇ ਮੀਤਾ, ਜਿਨ੍ਹਾਂ ਨੇ ਨਾਮ ਜਪਿਆ, ਕਮਾਈ ਕੀਤੀ ਹੈ, ਉਹਨਾਂ ਨੂੰ ਅੱਗੇ ਪਰਲੋਕ ਦੇ ਵਿੱਚ ਸੁੱਖ ਮਿਲਦਾ। ਕਿਵੇਂ ਦਾ ਸੁੱਖ? ਜਿਹੜਾ ਬਾਬਾ ਕਲਿਆਣ ਚੰਦ ਜੀ ਨੇ ਵੇਖਿਆ, ਜਿਹੜਾ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਵਿਖਾਇਆ, ਉਹ ਪਰਲੋਕ ਦੇ ਸੱਚਖੰਡ ਦੇ ਸੁੱਖ ਜਿਹੜੇ ਨੇ ਨਾਮ ਜਪਣ ਵਾਲੇ ਗੁਰਮੁਖਾਂ ਨੂੰ ਪ੍ਰਾਪਤ ਹੁੰਦੇ ਹਨ। ਪਾਸ਼ੇ ਆਨੰਦ ਪ੍ਰਭ ਕੀਤਾ। ਭਾਵ ਹੈ ਇਹ ਜਿਹੜਾ ਪਿੱਛੇ ਸੰਸਾਰ ਹੈ ਜਿਹਦੇ ਵਿੱਚ ਜਨਮ ਲੈ ਕੇ ਆਏ ਆ, ਇੱਥੇ ਵੀ ਉਹਨਾਂ ਗੁਰਮੁਖਾਂ ਨੂੰ ਆਨੰਦ ਹੀ ਬਣਿਆ ਰਹਿੰਦਾ, ਇੱਥੇ ਵੀ ਖੁਸ਼ੀਆਂ ਖੇੜੇ ਬਣੇ ਰਹਿੰਦੇ। ਸਾਡੇ ਮਨ ਦੇ ਉੱਪਰ ਬੋਝ ਰਹਿੰਦਾ ਹਰ ਵੇਲੇ, ਜੇ ਪਦਾਰਥ ਆ ਗਿਆ ਤੇ ਖੁਸ਼ੀ ਹੈ, ਚਲਾ ਗਿਆ ਤੇ ਸਾਨੂੰ ਗਮ ਹੈ। ਜਦੋਂ ਗਮ ਲੱਗ ਜਾਂਦਾ, ਚਿੰਤਾ ਲੱਗ ਜਾਂਦੀ, ਫਿਰ ਨੀਂਦ ਨਹੀਂ ਆਉਂਦੀ ਹੈ। ਕਈ ਨਸ਼ੇ ਦੀਆਂ ਗੋਲੀਆਂ, ਨੀਂਦ ਦੀਆਂ ਗੋਲੀਆਂ ਖਾ ਕੇ ਫਿਰ ਵੀ ਨੀਂਦ ਨਹੀਂ ਆਉਂਦੀ ਹੈ, ਮਨ ਬੇਚੈਨ ਰਹਿੰਦਾ ਹੈ। ਇਹ ਸੰਸਾਰੀ ਲੋਕਾਂ ਦੀ ਬਿਰਤੀ ਹੈ, ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਚੈਨ ਨਹੀਂ ਹੈ, ਸੁੱਖ ਨਹੀਂ ਹੈ। ਪਰ ਜਿਹੜੇ ਗੁਰਮੁਖ ਨੇ, ਮਹਾਰਾਜ ਕਹਿਣ ਲੱਗੇ ਪਾਤਸ਼ਾਹ ਆਨੰਦ, ਉਹਨਾਂ ਨੂੰ ਇਸ ਲੋਕ ਦੇ ਵਿੱਚ ਵੀ ਆਨੰਦ ਹੀ ਬਣਿਆ ਰਹਿੰਦਾ, ਉਹਦੇ ਆਨੰਦ ਵਿੱਚ ਹੀ ਹਮੇਸ਼ਾ ਡੁੱਬੇ ਰਹਿੰਦੇ, ਆਨੰਦ ਵਿੱਚ ਹੀ ਹਮੇਸ਼ਾ ਮਗਨ ਰਹਿੰਦੇ। ਜਿਵੇਂ ਮਗਰਮੱਛ ਪਾਣੀ ਦੇ ਵਿੱਚ ਕਲੋਲਾਂ ਕਰਦਾ, ਆਨੰਦ ਲੈਂਦਾ ਹੈ, ਇਸੇ ਤਰ੍ਹਾਂ ਉਹ ਗੁਰਮੁਖ ਜਿਹੜੇ ਨੇ ਸੰਸਾਰ ਵਿੱਚ ਆਨੰਦ ਨੂੰ ਪ੍ਰਾਪਤ ਕਰਦੇ, ਆਨੰਦ ਹੀ ਉਹਨਾਂ ਨੂੰ ਬਣਿਆ ਰਹਿੰਦਾ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇਸ ਤਰ੍ਹਾਂ ਦੀ ਅਵਸਥਾ ਬਣ ਗਈ ਹੈ। ਉਹਨਾਂ ਨੂੰ ਇਸ ਲੋਕ ਦਾ ਭਾਈ ਆਨੰਦ ਪ੍ਰਾਪਤ ਰਹਿੰਦਾ ਹੈ। ਐਸੇ ਉਹ ਗੁਰਮੁਖ ਨਾਮ ਜਪਣ ਵਾਲੇ ਹਨ। ਪਰਮੇਸ਼ਰ ਬਣਤ ਬਣਾਈ, ਪਰਮੇਸ਼ਰ ਅਕਾਲ ਪੁਰਖ ਨੇ ਐਸੀ ਬਣਤ ਬਣਾਈ, ਬਣਾਵਟ ਬਣਾਈ ਹੈ। ਇਹ ਪਰਮੇਸ਼ਰ ਨੇ ਇਹੋ ਜਿਹਾ ਵਿਧੀ ਵਿਧਾਨ ਬਣਾਇਆ ਗੁਰਮੁਖਾਂ ਦੇ ਵਾਸਤੇ, ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਵਾਸਤੇ ਵਿਧਾਨ ਇਹੋ ਜਿਹਾ ਬਣਾ ਦਿੱਤਾ ਹੈ। ਉਹਨਾਂ ਵਾਸਤੇ ਪਰਮਾਤਮਾ ਨੇ ਬਣਾਵਟ ਹੀ ਇਹੋ ਜਿਹੀ ਬਣਾ ਦਿੱਤੀ ਹੈ ਕਿ ਸਾਰੇ ਸ੍ਰਿਸ਼ਟੀ ਦੇ ਤੱਤ, ਇਹ ਜਿੰਨੀ ਸ੍ਰਿਸ਼ਟੀ ਹੈ ਉਹਨਾਂ ਦੇ ਸੁੱਖ ਵਿੱਚ ਲੱਗੀ ਹੋਈ ਹੈ, ਉਹਨਾਂ ਦੇ ਹੁਕਮ ਦੇ ਵਿੱਚ ਲੱਗੀ ਹੋਈ ਹੈ, ਸਭ ਕੁਝ ਉਹਨਾਂ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਐਸੀ ਪਰਮੇਸ਼ਰ ਜੀ ਬਣਤ ਬਣਾਵਟ ਬਣਾ ਦਿੰਦੇ ਹਨ। ਫਿਰ ਡੋਲਤ ਕਤਹੁ ਨਾਹੀ, ਉਹਨਾਂ ਗੁਰਮੁਖਾਂ ਦੇ ਮਨ ਡੋਲਦੇ ਨਹੀਂ। ਕਾਹੇ ਮਨ ਤੂੰ ਡੋਲਤਾ, ਐ ਮਨਾ ਤੂੰ ਕਿਉਂ ਡੋਲਦਾ ਹੈ? ਹਰ ਮਨਸਾ ਪੂਰਨ ਹਾਰ, ਪਰਮੇਸ਼ਰ ਤੇਰੇ ਮਨ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਦੀ ਸਮਰੱਥਾ ਰੱਖਦਾ, ਫਿਰ ਤੂੰ ਕਿਉਂ ਡੋਲਦਾ ਉਹਦੇ ਦਰ 'ਤੇ ਆ ਕੇ? ਕਈ ਵਾਰੀ ਭਰਮ ਜਾਂਦਾ, ਭਟਕ ਜਾਂਦਾ। ਮੈਂ ਅੱਜ ਗੁਰੂ ਦੇ ਕੋਲ ਆਇਆ, ਮੇਰਾ ਇਹ ਕਾਰਜ ਪਤਾ ਨਹੀਂ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ। ਮੈਂ ਅੱਜ ਸੰਗਤ ਵਿੱਚ ਆ ਕੇ ਬੈਠ ਕੇ ਨਾਮ ਜਪਿਆ, ਪਤਾ ਨਹੀਂ ਮੇਰਾ ਕਾਰਜ ਹੋਵੇਗਾ। ਮਹਾਰਾਜ ਕਹਿਣ ਲੱਗੇ ਕਾਹੇ ਮਨ ਤੂੰ ਡੋਲਤਾ, ਐ ਜੀਵ ਤੂੰ ਕਿਉਂ ਡੋਲਦਾ ਪਿਆ? ਹਰ ਮਨਸਾ ਪੂਰਨ ਹਾਰ, ਪਰਮੇਸ਼ਰ ਤੇਰੀਆਂ ਸਾਰੀਆਂ ਜਿਹੜੀਆਂ ਨੇ ਮਨ ਦੀਆਂ ਇਛਾਵਾਂ ਪੂਰੀਆਂ ਕਰਨ ਦੀ ਸਮਰੱਥਾ ਰੱਖਦਾ ਹੈ। ਐਸਾ ਉਹ ਸਮਰੱਥ ਹੈ। ਫਿਰ ਡੋਲਤ ਕਤਹੁ ਨਾਹੀ, ਤੈਨੂੰ ਡੋਲਣਾ ਨਹੀਂ ਚਾਹੀਦਾ। ਤੇਰਾ ਮਨ ਡੋਲੇ ਨਾ, ਤੇਰੇ ਮਨ ਵਿੱਚ ਵਿਸ਼ਵਾਸ ਬਣਿਆ ਰਵੇ, ਤੇਰੇ ਮਨ ਵਿੱਚ ਭਰੋਸਾ ਬਣਿਆ ਰਵੇ, ਕਿਉਂਕਿ ਭਰੋਸੇ ਦੇ ਨਾਲ ਹੀ ਜਿੱਤ ਹੈ।
ਭਰੋਸੇ ਦੇ ਨਾਲ ਹੀ ਚੜ੍ਹਦੀ ਕਲਾ ਹੈ। ਕਿੰਨੀਆਂ ਸਾਖੀਆਂ ਅਸੀਂ ਇਤਿਹਾਸ ਵਿੱਚ ਇਸ ਬਚਨ ਦੇ ਉੱਪਰ ਸਰਵਣ ਕਰਦੇ ਹਾਂ ਜਿਨ੍ਹਾਂ ਨੇ ਭਰੋਸਾ ਕੀਤਾ। ਜਿਵੇਂ ਭਗਤ ਕਬੀਰ ਸਾਹਿਬ ਜੀਆਂ ਦਾ ਨਾਮ ਲੈ ਕੇ ਕਿਸੇ ਨੇ ਆਖਿਆ ਅੱਜ ਕਬੀਰ ਸਾਹਿਬ ਦੇ ਘਰ ਵਿੱਚ ਲੰਗਰ ਹੈ। ਕਬੀਰ ਸਾਹਿਬ ਜੀ ਦੇ ਕੋਲ ਤੇ ਆਪਣੇ ਪ੍ਰਸ਼ਾਦਾ ਛਕਣ ਦੇ ਪੈਸੇ ਨਹੀਂ, ਪਰ ਜਦੋਂ ਕਿਸੇ ਨੇ ਆਖਿਆ ਕਹਿਣ ਲੱਗੇ ਕੋਈ ਗੱਲ ਨਹੀਂ, ਜਿਹਦਾ ਨਾਮ ਕਬੀਰ ਹੈ ਆਪੇ ਉਹ ਸਾਰਾ ਕੁਝ ਹੀ ਕਰੇਗਾ। ਇੰਨਾ ਭਰੋਸਾ ਵੱਧ ਗਿਆ ਕਬੀਰ ਸਾਹਿਬ ਜੀਆਂ ਨੂੰ। ਆਪ ਚਲੇ ਗਏ ਜੰਗਲ ਵਿੱਚ, ਜਾ ਕੇ ਸਿਮਰਨ ਵਿੱਚ ਬੈਠ ਗਏ। ਕਹਿਣ ਲੱਗੇ ਪਰਮੇਸ਼ਰ ਜੀ ਆਪ ਉਹਨਾਂ ਦੇ ਕਾਰਜ ਕਰਦਾ ਪਿਆ ਜਿਨ੍ਹਾਂ ਨੂੰ ਭਰੋਸਾ ਵਧਿਆ ਹੋਇਆ। ਜਿਵੇਂ ਭਗਤ ਧੰਨਾ ਜੀ ਨੇ, ਉਹਨਾਂ ਨੂੰ ਭਰੋਸਾ ਪਰਮਾਤਮਾ ਦੇ ਉੱਪਰ, ਮਨ ਨਹੀਂ ਡੋਲਦਾ ਪਿਆ, ਪਰਮੇਸ਼ਰ ਉਹਨਾਂ ਦੇ ਕਾਰਜ ਕਰਨ ਵਾਸਤੇ ਆਪ ਲੱਗਾ ਹੋਇਆ। ਇਸ ਤਰ੍ਹਾਂ ਜਿਹੜੇ ਭਰੋਸੇ ਵਾਲੇ ਗੁਰਮੁਖ ਨੇ, ਪਾਤਸ਼ਾਹ ਕਹਿਣ ਲੱਗੇ ਉਹਨਾਂ ਦੇ ਮਨ ਕੋਈ ਨਹੀਂ ਡੋਲਦੇ, ਉਹਨਾਂ ਨੂੰ ਭਰੋਸਾ ਵੱਧ ਗਿਆ। ਸੋ ਇਹ ਭਰੋਸਾ ਤਾਂ ਵਧਿਆ ਕਿਉਂਕਿ ਉਹਨਾਂ ਨੇ ਨਾਮ ਜਪਿਆ। ਜਿਵੇਂ ਅਸੀਂ ਭਗਤ ਪ੍ਰਹਿਲਾਦ ਦੀ ਸਾਖੀ ਸਰਵਣ ਕਰਦੇ, ਕਈ ਵਾਰੀ ਇਹੋ ਜਿਹੀਆਂ ਸਾਖੀਆਂ ਸੁਣਨ ਵਾਸਤੇ ਮਿਲ ਜਾਂਦੀਆਂ ਜਿਨ੍ਹਾਂ ਦੀ ਗੁਰਮਤਿ ਵਿੱਚ ਕੋਈ ਜਗ੍ਹਾ ਨਹੀਂ ਹੈ। ਸੋ ਇਤਿਹਾਸ ਵਿੱਚ ਇੱਕ ਬਚਨ ਅਸੀਂ ਆਮ ਹੀ ਇਹ ਦੀਵਾਨਾਂ ਵਿੱਚ ਸੁਣ ਲੈਂਦੇ ਕਿ ਜਿਸ ਵੇਲੇ ਪ੍ਰਹਿਲਾਦ ਦੇ ਪਿਤਾ ਹਰਨਾਕਸ਼ ਨੇ ਆਪਣੇ ਪੁੱਤਰ ਦੀ ਪਰਖ ਕੀਤੀ ਹੈ। ਪਰਖ ਕਿਵੇਂ ਕੀਤੀ? ਕਦੇ ਪਹਾੜ ਤੋਂ ਥੱਲੇ ਸੁੱਟ ਦਿੱਤਾ, ਕਦੇ ਪਾਣੀ ਵਿੱਚ ਡੋਬ ਦਿੱਤਾ, ਕਦੇ ਅੱਗ ਤੇ ਬਿਠਾ ਦਿੱਤਾ, ਸਾਰਾ ਕੁਝ ਕੀਤਾ ਗਿਆ। ਕਹਿਣ ਲੱਗੇ ਜਦੋਂ ਅੰਤ ਵਾਲਾ ਸਮਾਂ ਨੇੜੇ ਆਇਆ, ਇੱਕ ਲੋਹੇ ਦਾ ਬਹੁਤ ਵੱਡਾ ਥੰਮ ਜਿਹੜਾ ਸੀ ਨਾ, ਲੋਹੇ ਦਾ ਤੱਤਾ ਕਰਕੇ, ਲਾਲ ਕਰਕੇ, ਤੇ ਉਸ ਵੇਲੇ ਭਗਤ ਜੀ ਨੂੰ ਆਖਿਆ ਵੀ ਜੇ ਤੈਨੂੰ ਇੰਨਾ ਹੀ ਰੱਬ ਤੇ ਵਿਸ਼ਵਾਸ ਹੈ ਨਾ ਤੇ ਆਹ ਥੰਮ ਨੂੰ ਜਾ ਕੇ ਜਫੀ ਪਾ, ਅਤੇ ਇਹ ਥੰਮ ਲਾਲ ਹੈ ਅੱਗ ਦੇ ਨਾਲ। ਮਨ ਵਿੱਚ ਇਹ ਹੈ ਵੀ ਇਹ ਥੰਮ ਨੂੰ ਜਫੀ ਪਾਏਗਾ ਨਾਲ ਹੀ ਸੜ ਜਾਏਗਾ। ਸੁਣਾਉਣ ਵਾਲੇ ਇਤਿਹਾਸ ਇਸ ਤਰ੍ਹਾਂ ਸੁਣਾਉਂਦੇ, ਸਾਖੀ ਸੁਣਾਉਂਦੇ ਕਿ ਜਦੋਂ ਹਰਨਾਕਸ਼ ਨੇ ਉਹ ਲੋਹੇ ਦਾ ਵੱਡਾ ਥੰਮ ਲਾਲ ਕਰਕੇ ਅੱਗ ਦੇ ਨਾਲ ਤੇ ਭਗਤ ਪ੍ਰਹਿਲਾਦ ਦੇ ਸਾਹਮਣੇ ਰੱਖਿਆ ਵੀ ਇਹਨੂੰ ਜਫੀ ਪਾਓ, ਕਹਿਣ ਲੱਗੇ ਉਸ ਥੰਮ ਦੇ ਵੱਲ ਵੇਖ ਕੇ ਭਗਤ ਦਾ ਮਨ ਡੋਲ ਗਿਆ ਵੀ ਇਹ ਜੇ ਥੰਮ ਮੈਂ ਆਪਣੇ ਗੱਲ ਲਾਇਆ ਤੇ ਕਿਤੇ ਥੰਮ ਮੈਨੂੰ ਸਾੜ ਨਾ ਦੇਵੇ। ਆਪਣੇ ਭਗਤ ਨੂੰ ਡੋਲਿਆਂ ਵੇਖ ਕੇ, ਘਬਰਾਇਆ ਵੇਖ ਕੇ, ਕਹਿਣ ਲੱਗੇ ਪਰਮੇਸ਼ਰ ਨੂੰ ਕੀੜੀ ਬਣ ਕੇ ਉਸ ਥੰਮ ਦੇ ਉੱਪਰ ਤੁਰਨਾ ਪਿਆ। ਜਦੋਂ ਭਗਤ ਦੀ ਨਿਗਾਹ ਉਹ ਕੀੜੀ ਤੇ ਪਈ ਤੇ ਮਨ ਵਿੱਚ ਇਹ ਸੋਚਿਆ ਕਿ ਜੇ ਇਹ ਲਾਲ ਥੰਮ ਕੀੜੀ ਨੂੰ ਨਹੀਂ ਸਾੜ ਸਕਿਆ ਤੇ ਮੈਨੂੰ ਕਿਵੇਂ ਸਾੜੇਗਾ। ਤੇ ਉਹਨਾਂ ਨੇ ਜਾ ਕੇ ਫਿਰ ਥੰਮ ਨੂੰ ਜਫੀ ਪਾ ਲਈ। ਇਹ ਕਹਾਵਤ, ਇਹ ਕਹਾਣੀ ਜਿਹੜੀ ਆਮ ਹੀ ਅਸੀਂ ਸੁਣਦੇ ਹਾਂ ਕਈਆਂ ਦੇ ਕੋਲੋਂ, ਪਰ ਐਸੀ ਬਾਤ ਨਹੀਂ ਹੈ ਗੁਰਮੁਖੋ। ਭਗਤਾਂ ਦਾ ਮਨ ਇਸ ਤਰ੍ਹਾਂ ਨਹੀਂ ਡੋਲਦਾ। ਹੁਣ ਭਗਤ ਨੂੰ ਵਿਸ਼ਵਾਸ ਨਹੀਂ ਬੱਝਾ, ਮੈਨੂੰ ਇੰਨੀ ਉੱਚੀ ਪਹਾੜੀ ਤੋਂ ਥੱਲੇ ਸੁੱਟਿਆ, ਉਦੋਂ ਪਰਮੇਸ਼ਰ ਨੇ ਰੱਖਿਆ ਕੀਤੀ ਹੈ। ਪੈਰਾਂ ਦੇ ਨਾਲ ਬੰਨ੍ਹ ਕੇ ਪੱਥਰ ਤੇ ਪਾਣੀ ਵਿੱਚ ਡੁੱਬਿਆ ਗਿਆ, ਪਰਮੇਸ਼ਰ ਨੇ ਮੇਰੀ ਉਦੋਂ ਰੱਖਿਆ ਕੀਤੀ ਹੈ, ਡੁੱਬਣ ਨਹੀਂ ਦਿੱਤਾ। ਮੇਰੀ ਸਕੀ ਭੂਆ ਮੈਨੂੰ ਆਪਣੀ ਝੋਲੀ ਵਿੱਚ ਲੈ ਕੇ ਬੈਠ ਕੇ ਅੱਗ ਦੀਆਂ ਲੱਕੜਾਂ ਦੇ ਉੱਪਰ ਬੈਠ ਕੇ ਅੱਗ ਲਾ ਦਿੱਤੀ ਜਾਂਦੀ ਹੈ। ਬਲਦੀ ਹੋਏ ਲੱਕੜਾਂ ਦੇ ਢੇਰ ਵਿੱਚੋਂ ਮੇਰਾ ਵਾਲ ਵਿੰਗਾ ਨਹੀਂ ਪਰਮੇਸ਼ਰ ਨੇ ਹੋਣ ਦਿੱਤਾ। ਤੇ ਕੀ ਉਹ ਪਰਮੇਸ਼ਰ ਨੂੰ ਇਹ ਵਿਸ਼ਵਾਸ ਨਹੀਂ ਬੱਝਿਆ, ਇਹ ਯਕੀਨ ਨਹੀਂ ਆਇਆ ਵੀ ਜਿਹੜਾ ਇੰਨੀਆਂ ਆਪਦਾ ਤੋਂ ਮੈਨੂੰ ਰੱਖ ਸਕਦਾ ਉਹ ਮੈਨੂੰ ਥੰਮ ਤੋਂ ਵੀ ਬਚਾ ਕੇ ਰੱਖ ਸਕਦਾ? ਕੀ ਵਿਸ਼ਵਾਸ ਨਹੀਂ ਬਣਿਆ? ਇਹ ਮਨ ਘੜਤ ਕਹਾਣੀਆਂ ਕੋਲੋਂ ਹੀ ਘੜ ਲਈਆਂ ਗਈਆਂ, ਬਣਾ ਲਈਆਂ ਗਈਆਂ ਕਿ ਥੰਮ ਲਾਲ ਕੀਤਾ, ਭਗਤ ਜੀ ਡੋਲ ਗਏ, ਕੀੜੀ ਬਣ ਕੇ ਰੱਬ ਨੂੰ ਆਉਣਾ ਪਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਦੀਆਂ ਜਿਹੜੀਆਂ ਪਰਖਾਂ ਹੋਈਆਂ ਉਹਨਾਂ ਨੂੰ ਲਿਖਿਆ ਗਿਆ। ਸੋ ਉਹਦੇ ਵਿੱਚ ਬਚਨ ਆਇਆ, ਗੇਰ ਤਰ ਜਵਾਲਾ ਭੈ ਜਾ ਰਿਓ, ਰਾਜਾ ਰਾਮ ਮਾਇਆ ਫੇਰੀ। ਇਹ ਗੁਰਬਾਣੀ ਦਾ ਮਹਾਵਾਕ ਹੈ। ਗਿਰ ਤੋਂ ਭਾਵ ਹੈ ਕਿ ਪਹਾੜ ਤੋਂ ਸੁੱਟ ਦੇਣਾ, ਜਵਾਲਾ ਤੋਂ ਭਾਵ ਹੈ ਵੀ ਲੱਕੜੀ ਦੀ ਚਿਖਾ ਤਿਆਰ ਕਰਕੇ ਉਹਨੂੰ ਅੱਗ ਲਾ ਦੇਣੀ, ਪਾਣੀ ਵਿੱਚ ਡੋਬ ਦੇਣਾ। ਇਹ ਪਰਖਾਂ ਦਾ ਜ਼ਿਕਰ ਮਹਾਰਾਜ ਨੇ ਗੁਰਬਾਣੀ ਵਿੱਚ ਕੀਤਾ, ਪਰ ਗੁਰਬਾਣੀ ਵਿੱਚ ਇਹ ਜ਼ਿਕਰ ਨਹੀਂ ਆਇਆ ਕਿ ਥੰਮ ਦੇ ਉੱਪਰ ਕੀੜੀ ਬਣ ਕੇ ਰੱਬ ਨੂੰ ਆਉਣਾ ਪਿਆ ਤਾਂ ਭਗਤ ਨੂੰ ਵਿਸ਼ਵਾਸ ਬਣਿਆ, ਨਹੀਂ ਤੇ ਡੋਲ ਚੱਲਿਆ। ਇਹ ਦੁਨੀਆ ਨੇ ਕਹਾਣੀਆਂ ਆਪਣੇ ਕੋਲੋਂ ਦੰਦ ਕਥਾਵਾਂ ਬਣਾ ਲਈਆਂ, ਐਸੀ ਬਾਤ ਨਹੀਂ ਹੈ। ਗੁਰਮੁਖਾਂ ਦਾ ਮਨ ਤੇ ਡੋਲਦਾ ਹੀ ਨਹੀਂ ਹੈ। ਜਿਵੇਂ ਸਾਡੇ ਸਾਹਮਣੇ ਸਾਖੀ ਆਪਾਂ ਹੁਣੇ ਕਬੀਰ ਸਾਹਿਬ ਦਾ ਜ਼ਿਕਰ ਕੀਤਾ, ਉਹਨਾਂ ਨੇ ਆਖਿਆ ਜਿਹੜਾ ਕਬੀਰ ਹੋਵੇਗਾ ਆਪੇ ਲੰਗਰ ਕਰੇਗਾ, ਮੈਨੂੰ ਕੋਈ ਲੋੜ ਨਹੀਂ ਹੈ। ਚੁੱਪ ਕਰਕੇ ਬੈਠ ਗਏ, ਬੰਦਗੀ ਕਰਦੇ ਪਏ। ਭਗਤਾਂ ਨੂੰ ਇਸ ਤਰ੍ਹਾਂ ਗੁਰਮੁਖੋਂ ਵਿਸ਼ਵਾਸ ਬਣ ਜਾਂਦਾ, ਭਰੋਸਾ ਬਣ ਜਾਂਦਾ, ਫਿਰ ਉਹਨਾਂ ਨੂੰ ਡਲਾਇਆ ਨਹੀਂ ਜਾ ਸਕਦਾ। ਇਹ ਮਨ ਘੜਤ ਕਹਾਣੀਆਂ ਜਿਹੜੀਆਂ ਨੇ ਆਪਣੇ ਕੋਲੋਂ ਬਣਾਈਆਂ ਗਈਆਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ
ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ। ਗੁਰਮੁਖਾਂ ਦਾ ਮਨ ਕਦੇ ਵੀ ਡੋਲਦਾ ਨਹੀਂ। ਪਰਮੇਸ਼ਰ ਸੰਸਾਰ ਦੀ ਬਣਾਵਟ ਹੀ ਇਹੋ ਜਿਹੀ ਬਣਾ ਦਿੰਦਾ ਹੈ, ਉਹਨਾਂ ਦਾ ਮਨ ਪੂਰਨ ਤੌਰ ਤੇ ਭਰੋਸਾ ਕਰਕੇ ਬੈਠ ਜਾਂਦਾ ਹੈ। ਐਸੇ ਉਹ ਗੁਰਮੁਖ ਬਣ ਜਾਂਦੇ ਜਿਨ੍ਹਾਂ ਨੂੰ ਭਰੋਸਾ ਬਣਦਾ ਹੈ। ਸਾਚੇ ਸਾਹਿਬ ਸਿਓ ਮਨ ਮਾਨਿਆ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਦਾ ਸੱਚੇ ਸਾਹਿਬ ਪਰਮਾਤਮਾ ਦੇ ਉੱਪਰ ਮਨ ਮੰਨਿਆ ਹੈ। ਸਾਡਾ ਤੇ ਹਾਲੇ ਮਨ ਨਹੀਂ ਨਾ ਮੰਨਿਆ, ਹਾਲੇ ਸਾਡਾ ਮਨ ਭੜਕਦਾ ਪਿਆ ਹੈ, ਕਦੇ ਹੰਨੇ ਦੀ ਕਦੇ ਬੰਨੇ ਦੀ, ਕਦੇ ਇੱਧਰ ਦੇ ਬਣ ਗਏ ਕਦੇ ਉੱਧਰ ਦੇ ਬਣ ਗਏ, ਕਦੇ ਪਹਾੜਾਂ ਵਾਲੀ ਬੱਸ ਤੇ ਚੜ੍ਹ ਗਏ ਵੀ ਉੱਥੇ ਜਾ ਕੇ ਕਿਸੇ ਬਾਬੇ ਨੂੰ ਲੱਭ ਕੇ ਲੈ ਕੇ ਆਉਂਦੇ ਆ, ਕਦੇ ਗੁੱਗਾ ਪੂਜ ਲਿਆ ਕਦੇ ਮੜੀ ਪੂਜ ਲਈ। ਅਸੀਂ ਇਹਨਾਂ ਕਰਮਾਂ ਕਾਂਡਾਂ ਵਿੱਚ ਲੱਗੇ ਹੋਏ। ਮਹਾਰਾਜ ਕਹਿਣ ਲੱਗੇ ਹਾਲੇ ਤੇਰਾ ਮਨ ਸੱਚੇ ਸਾਹਿਬ ਦੇ ਨਾਲ ਮੰਨਿਆ ਨਹੀਂ ਹੈ, ਹਾਲੇ ਤੇ ਦੁਨੀਆ ਦੇ ਵਿੱਚ ਲੱਗਾ ਹੋਇਆ, ਪੀਰਾਂ ਮਜ਼ਾਰਾਂ ਦੀ ਹਾਲੇ ਤੂੰ ਪੂਜਾ ਕਰਦਾ ਪਿਆ। ਪਰ ਜਿਨ੍ਹਾਂ ਗੁਰਮੁਖਾਂ ਦਾ ਮਨ ਮੰਨ ਗਿਆ ਹੈ, ਸਰੀਰ ਮੰਨ ਜਾਣਾ ਵੱਖਰੀ ਗੱਲ ਹੈ। ਸਾਨੂੰ ਕੋਈ ਬਦੋ ਬਦੀ ਕਹਿ ਕੇ ਲੈ ਜਾਵੇ ਵੀ ਚੱਲ ਭਾਈ ਉੱਥੇ ਚਲੀਏ, ਸਾਡਾ ਮਨ ਨਹੀਂ ਕਰਦਾ, ਪਰ ਅਗਲੇ ਦੀ ਅਸੀਂ ਗੱਲ ਨਾ ਨਹੀਂ ਕਰ ਸਕੇ ਤੇ ਚਲੇ ਗਏ। ਇੱਥੇ ਸਰੀਰ ਦੇ ਮੰਨਣ ਦੀ ਗੱਲ ਨਹੀਂ ਹੈ, ਮਨ ਮੰਨਣ ਦੀ ਗੱਲ ਹੈ। ਸਰੀਰ ਤੇ ਤੇਰਾ ਸੰਗਤ ਵਿੱਚ ਆ ਗਿਆ, ਮੱਥਾ ਤੇ ਤੂੰ ਟੇਕ ਲਿਆ, ਸੰਗਤ ਵਿੱਚ ਤੇ ਆ ਕੇ ਤੂੰ ਬੈਠ ਗਿਆ। ਸਰੀਰ ਨੇ ਤੇ ਆਪਣਾ ਫਰਜ਼ ਨਿਭਾਇਆ ਕਿ ਇਹ ਸਾਰਾ ਕੋਈ ਤੂੰ ਮਨ ਕਰਕੇ ਵੀ ਕੀਤਾ। ਜਦੋਂ ਘਰੋਂ ਚੱਲਿਆ ਤੇਰਾ ਮਨ ਵੀ ਉਸ ਵੇਲੇ ਇਹ ਗੱਲ ਕਰਦਾ ਵੀ ਚੱਲੀਏ ਸੰਗਤ ਵਿੱਚ। ਜਦੋਂ ਮੱਥਾ ਟੇਕਿਆ ਤੇਰਾ ਮਨ ਵੀ ਨਹੀਂ ਹੋਇਆ ਗੁਰੂ ਦੇ ਅੱਗੇ ਆ ਕੇ। ਜਦੋਂ ਕੋਈ ਕੰਨਾਂ ਵਿੱਚ ਬਚਨ ਸੁਣਿਆ ਉਸੋਂ ਤੇਰੇ ਮਨ ਨੇ ਮੰਨਿਆ ਵੀ ਇਹ ਬਚਨ ਠੀਕ ਹੈ, ਮੈਨੂੰ ਇਹ ਕਰਮ ਕਰਨਾ ਚਾਹੀਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿੰਨਾ ਚਿਰ ਭਾਈ ਮਨ ਨਹੀਂ ਨਾ ਮੰਨਦਾ ਉਹਨਾਂ ਚਿਰ ਤੇ ਪੱਥਰ ਭਾਵੇਂ ਜਿੰਨਾ ਚਿਰ ਮਰਜ਼ੀ ਪਾਣੀ ਵਿੱਚ ਪਿਆ ਰਹੇ, ਪੱਥਰ ਬਾਹਰੋਂ ਤੇ ਜ਼ਰੂਰ ਭਿੱਜ ਜਾਂਦਾ ਹੈ, ਪਰ ਅੰਦਰ ਉਹ ਪਾਣੀ ਪੱਥਰ ਨੂੰ ਕੁਝ ਨਹੀਂ ਕਰ ਸਕਦਾ। ਅੰਦਰੋਂ ਪੱਥਰ ਸੁੱਕੇ ਦਾ ਸੁੱਕਾ ਹੀ ਹੈ। ਇਸੇ ਤਰ੍ਹਾਂ ਜਿੰਨਾ ਚਿਰ ਤੇਰਾ ਗੁਰਮੁਖਾ ਮਨ ਨਹੀਂ ਮੰਨਦਾ ਉਹਨਾਂ ਚਿਰ ਬਾਹਰੀ ਬਣਾਵਟ ਭਾਵੇਂ ਤੂੰ ਜਿੰਨੀ ਮਰਜ਼ੀ ਬਣਾ ਲਵੇਂ, ਪਰ ਪ੍ਰਾਪਤੀ ਕੋਈ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਚੇ ਸਾਹਿਬ ਸਿਓ ਮਨ ਮੰਨਿਆ। ਜਿਨ੍ਹਾਂ ਦਾ ਅੰਦਰੋਂ ਮਨ ਮੰਨਿਆ ਆਪਣੇ ਗੁਰੂ ਦੇ ਉੱਪਰ, ਜਿਨ੍ਹਾਂ ਨੂੰ ਭਰੋਸਾ ਬੱਝਾ, ਜਿਨ੍ਹਾਂ ਨੂੰ ਵਿਸ਼ਵਾਸ ਆਇਆ, ਜਿਹੜੇ ਐਸੇ ਗੁਰਮੁਖ ਬਣ ਜਾਂਦੇ ਹਨ। ਹਰ ਸਰਬ ਨਿਰੰਤਰ ਜਾਣਿਆ। ਗੁਰਮੁਖਾਂ ਨੇ ਨਿਰੰਤਰ ਕਹੀਏ ਇੱਕ ਰਸ ਪਰਮਾਤਮਾ ਨੂੰ ਸਾਰੇ ਥਾਵਾਂ ਤੇ ਜਾਣ ਲਿਆ। ਕੋਈ ਇਹੋ ਜਿਹੀ ਜਗ੍ਹਾ ਹੈ ਨਹੀਂ ਵੀ ਜਿੱਥੇ ਉਹ ਨਾ ਹੋਵੇ, ਪਰ ਜਾਣਿਆ ਕਿਹਨਾਂ ਨੇ ਆ? ਜਾਣਿਆ ਉਹਨਾਂ ਨੇ ਆ ਜਿਨ੍ਹਾਂ ਦਾ ਮਨ ਨਹੀਂ ਡੋਲਿਆ, ਜਿਨ੍ਹਾਂ ਦਾ ਮਨ ਮੰਨਿਆ ਗੁਰੂ ਦੇ ਉੱਪਰ। ਉਹਨਾਂ ਨੇ ਇਹ ਜਾਣਿਆ ਵੀ ਉਹ ਸਾਰਿਆਂ ਥਾਵਾਂ ਤੇ ਹੈ, ਇਹੋ ਜਿਹੀ ਜਗ੍ਹਾ ਕੋਈ ਨਹੀਂ ਜਿੱਥੇ ਉਹ ਨਾ ਹੋਵੇ। ਮਨ ਮੰਨਿਆ ਬਹਾਦਰ ਵਿਧੀ ਚੰਦ ਦਾ ਬਲ ਦੇ ਭੱਠੇ ਵਿੱਚ ਬੈਠਾ ਹੈ, ਪਤਾ ਪਰਮਾਤਮਾ ਤੇ ਇੱਥੇ ਵੀ ਬੈਠਾ ਹੋਇਆ, ਮੇਰੀ ਰੱਖਿਆ ਕਰੇਗਾ। ਸੋ ਇਸ ਤਰ੍ਹਾਂ ਗੁਰਮੁਖੋ ਜਿਨ੍ਹਾਂ ਦੇ ਮਨ ਮੰਨ ਗਏ ਉਹਨਾਂ ਨੂੰ ਭਰੋਸਾ ਵੱਜ ਗਿਆ ਕਿ ਗੁਰੂ ਸਮਰੱਥ ਹੈ, ਗੁਰ ਸਮਰੱਥ ਦੇਵ, ਗੁਰੂ ਵਰਗਾ ਕੋਈ ਹੋਰ ਨਹੀਂ। ਗੁਰੂ ਸਮਰੱਥ ਜੋ ਚਾਹਵੇ ਉਹ ਕਰ ਸਕਦਾ ਹੈ। ਜਿਨ੍ਹਾਂ ਦਾ ਇਸ ਤਰ੍ਹਾਂ ਮਨ ਮੰਨਿਆ ਉਹਨਾਂ ਨੇ ਹਰ ਸਰਬ ਨਿਰੰਤਰ ਜਾਣਿਆ, ਸਾਰਿਆਂ ਥਾਵਾਂ ਤੇ ਪਰਮੇਸ਼ਰ ਨੂੰ ਜਾਣਿਆ। ਉਹ ਸਾਰਿਆਂ ਥਾਵਾਂ ਤੇ ਹੈ, ਕੋਈ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਨਹੀਂ ਹੈ। ਪਰ ਇਹ ਉਹਨਾਂ ਨੂੰ ਬਚਨ ਸਮਝ ਆਇਆ ਜਿਨ੍ਹਾਂ ਨੇ ਆਪਣਾ ਮਨ ਉਹਦੇ ਪ੍ਰਤੀ ਮਨਾ ਲਿਆ ਹੈ, ਜਿਨ੍ਹਾਂ ਨੇ ਆਪਣਾ ਮਨ ਉਹਨੂੰ ਭੇਟ ਕਰ ਦਿੱਤਾ। ਇਹ ਗਿਆਨ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਸਾਹਿਬ ਜੀ ਆਪਣੇ ਉਪਦੇਸ਼ ਨੂੰ ਅੱਗੇ ਬਖਸ਼ਿਸ਼ ਕਰਦੇ ਹਨ। ਸਭ ਜੀ ਤੇਰੇ ਦਿਆਲਾ। ਦਿਆਲੂ ਪਰਮਾਤਮਾ, ਇਹ ਜਿੰਨੇ ਵੀ ਜੀਵ ਜੰਤ ਨੇ ਸਾਰੇ ਤੇਰੇ ਪੈਦਾ ਕੀਤੇ ਹੋਏ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਪਰਮਾਤਮਾ ਤੇਰੇ ਅੰਤ ਨੂੰ ਜਾਣਿਆ ਨਹੀਂ ਜਾਂਦਾ, ਤੂੰ ਆਪਣੀ ਕੁਦਰਤ ਵਿੱਚ ਵਸਿਆ ਹੋਇਆ, ਤੂੰ ਜਰੇ ਜਰੇ ਵਿੱਚ ਕਣ ਕਣ ਦੇ ਵਿੱਚ ਜੀਵ ਜੀਵ ਦੇ ਵਿੱਚ ਬੈਠਾ ਹੋਇਆ। ਇਹੋ ਜਿਹੀ ਕੋਈ ਜਗ੍ਹਾ ਨਹੀਂ ਹੈ ਜਿੱਥੇ ਤੂੰ ਨਾ ਹੋਵੇ। ਪਾਤਸ਼ਾਹ ਕਹਿਣ ਲੱਗੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ। ਨਾ ਕਿਛ ਪੂਛ ਮਾਟੀ ਕੇ ਭਾਂਡੇ ਨਾ ਕਿਛ ਪੂਛ ਕੁम्हारै। ਸਭ ਮੈਂ ਏਕੋ ਸੱਚਾ ਸੋਈ ਜਿਸਕਾ ਕੀਆ ਸਭ ਕੇਸ਼ ਹੋਈ। ਗੁਰਬਾਣੀ ਦਾ ਮਹਾਵਾਕ ਹੈ। ਪਰਮਾਤਮਾ ਨੇ ਇੱਕ ਪੰਜਾਂ ਤੱਤਾਂ ਦੀ ਮਿੱਟੀ, ਤੇ ਮਿੱਟੀ ਦੇ ਵਿੱਚ ਵੀ ਉਹ ਆਪ ਤੱਤ ਬਣ ਕੇ ਸਮਾਇਆ ਹੋਇਆ। ਇਸੇ ਮਿੱਟੀ ਤੋਂ ਉਸਨੇ ਸਰੀਰ ਬਣਾ ਦਿੱਤੇ। ਕੋਈ ਸਰੀਰ ਵੱਡਾ, ਕੋਈ ਛੋਟਾ, ਕੋਈ ਚੰਗਾ, ਕੋਈ ਮਾੜਾ, ਕੋਈ ਪਸ਼ੂ ਦਾ, ਕੋਈ ਪੰਛੀ ਦਾ, ਪਰ ਉਹ ਤੱਤ ਰੂਪ ਹੋ ਕੇ ਸਾਰਿਆਂ ਵਿੱਚ ਆ ਬੈਠਾ ਹੋਇਆ। ਸਤਿਗੁਰੂ ਪਾਤਸ਼ਾਹ ਦਾ ਬਚਨ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਕਿ ਉਹ ਪਰਮਾਤਮਾ ਤੱਤ ਸਰੂਪ ਹੋ ਕੇ ਆਪ ਸਾਰਿਆਂ ਤੱਤਾਂ ਵਿੱਚ ਬਿਰਾਜਮਾਨ ਸ਼ੋਭਾ ਪਾ ਰਿਹਾ ਹੈ।
ਅਗਨੀ ਵਿੱਚ ਵੀ ਬਿਰਾਜਿਆ ਹੋਇਆ, ਪਵਨ ਵਿੱਚ ਵੀ ਬੈਠਾ ਹੋਇਆ, ਧਰਤੀ ਆਕਾਸ਼ ਪਾਣੀ ਵਿੱਚ ਸਾਰਿਆਂ ਥਾਵਾਂ 'ਤੇ ਉਹ ਸਮਾਇਆ ਹੋਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ ਜਿੰਨੇ ਵੀ ਜੀ ਜੰਤ ਨੇ ਦਿਆਲੂ ਪ੍ਰਮਾਤਮਾ ਤੇਰੇ ਬਖਸ਼ਿਸ਼ ਕੀਤੇ ਹੋਏ, ਤੇਰੇ ਹੀ ਬਣਾਏ ਹੋਏ, ਇਹਨਾਂ ਉੱਪਰ ਆਪ ਹੀ ਤੁਸੀਂ ਦਿਆਲਤਾ ਕਰਦੇ ਹੋ, ਸਾਰਿਆਂ ਨੂੰ ਆਪ ਹੀ ਬਖਸ਼ਦੇ ਹੋ। ਆਪਣੇ ਭਗਤ ਕਰਹਿ ਪ੍ਰਤਪਾਲਾ। ਆਪਣੇ ਭਗਤਾਂ ਦੀ ਤੁਸੀਂ ਵਿਸ਼ੇਸ਼ ਤੌਰ ਤੇ ਪਾਲਣਾ ਕਰਦੇ ਹੋ। ਜਿਵੇਂ ਇੱਕ ਮਾਂ ਦੇ ਬੱਚੇ 4 ਨੇ, 3 ਬੱਚੇ ਵੱਡੇ ਨੇ, ਇੱਕ ਛੋਟਾ ਹੈ। 3 ਬੱਚੇ ਵੱਡੇ ਨੇ ਜਿਹੜੇ ਆਪਣੇ ਆਪ ਨੂੰ ਸਿਆਣਾ ਸਮਝਦੇ, ਆਪਣਾ ਹੱਥ ਪੈਰ ਮਾਰਨਾ ਜਾਣਦੇ, ਆਪਣੀ ਪਾਲਣਾ ਕਰਨੀ ਜਾਣਦੇ, ਆਪਣੀ ਕਮਾਈ ਕਰਨੀ ਜਾਣਦੇ। ਮਾਂ-ਬਾਪ ਦਾ ਧਿਆਨ ਭਾਵੇਂ ਉਹਨਾਂ ਬੱਚਿਆਂ ਦੇ ਵੱਲ ਵੀ ਹੈ, ਪਰ ਉੱਥੇ ਥੋੜ੍ਹਾ ਜਿਹਾ ਆ ਕੇ ਘਟ ਜਾਂਦਾ ਵੀ ਆਪਣੇ ਵਾਸਤੇ ਕੁਝ ਨਾ ਕੁਝ ਕਰ ਲੈਣਗੇ, ਇੰਨੀ ਕੋਈ ਇਹਨਾਂ ਨੂੰ ਸੰਸਾਰ ਦੀ ਬੁੱਧੀ ਸਮਝ ਹੈ। ਪਰ ਇੱਕ ਬੱਚਾ ਝੋਲੀ ਦੇ ਵਿੱਚ ਆ, ਗੋਦੀ ਦੇ ਵਿੱਚ ਹੈ, ਉਹ ਛੋਟਾ ਹੈ, ਉਹਦੇ ਵੱਲ ਮਾਂ-ਬਾਪ ਦਾ ਬਹੁਤਾ ਖਿਆਲ ਹੈ। ਇਹਨੂੰ ਰੋਜੀ ਰੋਟੀ ਅਸੀਂ ਦੇਣੀ ਹੈ, ਇਹਨੂੰ ਦੁੱਧ ਅਸੀਂ ਪਿਲਾਉਣਾ, ਇਹਦੀ ਸਾਂਭ ਸੰਭਾਲ ਮੈਂ ਕਰਨੀ ਹੈ, ਇਹਨੂੰ ਕੱਪੜੇ ਮੈਂ ਪਵਾਉਣੇ, ਇਹਦਾ ਇਸ਼ਨਾਨ ਮੈਂ ਕਰਵਾਉਣਾ। ਹੁਣ ਬੱਚੇ ਤੇ 4 ਹੀ ਮਾਂ ਦੇ ਨੇ, ਪਰ ਤਿੰਨਾਂ ਉੱਪਰ ਥੋੜੀ ਫਿਕਰ ਘੱਟ ਹੈ, ਕਿਉਂਕਿ ਉਹ ਆਪ ਇਸ਼ਨਾਨ ਕਰ ਸਕਦੇ, ਆਪ ਪ੍ਰਸ਼ਾਦਾ ਛਕ ਸਕਦੇ, ਆਪ ਕਿਤੇ ਆ ਜਾ ਸਕਦੇ ਨੇ। ਪਰ ਜਿਹੜਾ ਝੋਲੀ ਵਿੱਚ ਪਿਆ ਹੋਇਆ ਉਹਦੇ ਬਾਰੇ ਮਾਂ ਨੂੰ ਪਤਾ ਵੀ ਆਪਣੇ ਆਪ ਇਹਦੇ ਕੋਲ ਕੁਝ ਨਹੀਂ ਹੋਣਾ, ਜੋ ਕੁਝ ਉਹ ਮੈਨੂੰ ਕਰਨਾ ਪੈਣਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਬਣਾਇਆ ਤੇ ਸਾਰਿਆਂ ਨੂੰ ਹੀ ਹੈ, ਸਾਰਿਆਂ ਦੀ ਉਹ ਪਾਲਣਾ ਵੀ ਕਰਦਾ, ਸਾਰਿਆਂ ਨੂੰ ਉਹ ਰਿਜ਼ਕ ਵੀ ਦਿੰਦਾ, ਪਰ ਜਿਹੜੇ ਉਹਦੇ ਭਗਤ ਨੇ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਧਿਆਨ ਰੱਖਦਾ, ਉਹਨਾਂ ਦਾ ਉਹ ਖਿਆਲ ਰੱਖਦਾ ਹੈ। ਇਹ ਮੇਰੇ ਭਗਤ ਮੇਰੇ ਉੱਪਰ ਨਿਰਭਰ ਨੇ, ਇਹਨਾਂ ਨੂੰ ਮੈਂ ਹੀ ਇਹਨਾਂ ਦੇ ਸਾਰੇ ਕਾਰਜ ਕਰਨੇ। ਪਾਤਸ਼ਾਹ ਕਹਿਣ ਲੱਗੇ, ਭਾਈ ਬਚਨ ਗੁਰਮੁਖੋ ਇਹ ਆ ਗਿਆ, ਆਪਣੇ ਭਗਤ ਕਰਹਿ ਪ੍ਰਤਪਾਲਾ, ਆਪਣੇ ਭਗਤਾਂ ਦੀ ਉਹ ਵਿਸ਼ੇਸ਼ ਪਾਲਣਾ ਕਰਦਾ। ਭਗਤ ਜੋ ਵੀ ਮੰਗ ਲੈਣ ਉਹ ਉਹਨਾਂ ਨੂੰ ਉਸੇ ਵੇਲੇ ਝਾਟੀ ਦੇ ਦਿੰਦਾ ਹੈ। ਸਭ ਨਿਧਾਨ 10 ਅਸ਼ਟ ਸੁਧਾਨ, ਠਾਕੁਰ ਕਲ ਤਲ ਧਰਿਆ, ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਸਾਰੇ ਭੰਡਾਰੇ ਆਪਣੇ ਹੱਥਾਂ ਦੀਆਂ ਤਲੀਆਂ ਤੇ ਰੱਖ ਕੇ ਉਹ ਪਰਮਾਤਮਾ ਆਪਣੇ ਭਗਤਾਂ ਵੱਲ ਵੇਖਦਾ ਹੈ। ਇਹ ਭਗਤ ਕਦੋਂ ਕੋਈ ਵਸਤੂ ਮੰਗੇ ਤੇ ਮੈਂ ਇਸ ਨੂੰ ਉਸੇ ਵੇਲੇ ਵਸਤੂ ਦੇ ਨਾਲ ਨਿਵਾਜ ਦੇਵਾਂ, ਐਸੀਆਂ ਦਾਤਾਂ ਉਸ ਪਰਮਾਤਮਾ ਦੀਆਂ ਹਨ। ਅਚਰਜ ਤੇਰੀ ਵਡਿਆਈ। ਅਕਾਲ ਪੁਰਖ ਜੀ ਆਪ ਜੀ ਦੀ ਵਡਿਆਈ ਅਚਰਜ ਰੂਪ ਹੈ। ਜਦੋਂ ਆਪ ਜੀ ਦੀ ਵਡਿਆਈ ਦੀ ਮਹਿਮਾ ਕਰਦੇ ਆ, ਵਡਿਆਈ ਦਾ ਬਚਨ ਕਰਦੇ, ਹੈਰਾਨ ਹੋ ਜਾਈਦਾ ਹੈ। ਐਸੀ ਵੱਡੀ ਆਪ ਵਡਿਆਈ ਦੇ ਮਾਲਕ ਹੋ, ਐਸੀ ਆਪ ਜੀ ਦੀ ਸ਼ੋਭਾ ਹੈ। ਵਡਿਆਈ ਕਰਨ ਵਾਲਾ ਵੀ ਹੈਰਾਨ ਹੈ, ਕਿਉਂਕਿ ਤੇਰੀ ਵਡਿਆਈ ਬਹੁਤ ਵੱਡੀ ਹੈ, ਤੇਰੀ ਵਡਿਆਈ ਦਾ ਕੋਈ ਅੰਤ ਨਹੀਂ। ਤੂੰ ਐਸਾ ਵੱਡਾ ਹੈ, ਐਸਾ ਸਮਰੱਥ ਹੈ, ਤੇਰੀ ਵਡਿਆਈ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ। ਐਸੀ ਆਪ ਜੀ ਦੀ ਵੱਡੀ ਵਡਿਆਈ ਹੈ। ਜਿਹੜਾ ਆਪ ਜੀ ਨੂੰ ਵੇਖ ਲੈਂਦਾ ਉਹ ਵੀ ਹੈਰਾਨ ਹੋ ਜਾਂਦਾ, ਜਿਹੜਾ ਆਪ ਜੀ ਨੂੰ ਸੁਣਦਾ ਉਹ ਵੀ ਹੈਰਾਨ ਹੁੰਦਾ, ਜਿਹੜਾ ਆਪ ਜੀ ਬਾਰੇ ਬੋਲ ਪੈਂਦਾ ਹੈ ਉਹ ਵੀ ਬੋਲ ਬੋਲ ਕੇ ਹੈਰਾਨ ਹੁੰਦਾ। ਐਸੀ ਤੇਰੇ ਸਿਫਤ ਦੇ ਬਚਨ ਨੇ ਜਿਹੜੇ ਜ਼ੁਬਾਨ ਵਿੱਚੋਂ ਨਿਕਲੇ, ਐਸੇ ਸਿਫਤ ਦੇ ਬਚਨ ਨੇ ਜਿਹੜੇ ਕੰਨਾਂ ਵਿੱਚ ਪਏ, ਐਸੇ ਸਿਫਤ ਦੇ ਬਚਨ ਜਿਨ੍ਹਾਂ ਗੁਰਮੁਖਾਂ ਨੇ ਨੇਤਰਾਂ ਦੇ ਨਾਲ ਤੈਨੂੰ ਤੱਕਿਆ ਹੈ। ਇਹ ਨੇਤਰੋ ਹਮੇਰਿਓ ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨ ਦੇਖੋ ਕੋਈ, ਨਜ਼ਰੀ ਹਰ ਨਿਹਾਲਿਆ। ਇਹ ਸਤਿਗੁਰਾਂ ਦੇ ਪਵਿੱਤਰ ਬਚਨ ਨੇ। ਮਹਾਰਾਜ ਕਹਿਣ ਲੱਗੇ, ਭਾਈ ਜਿਨ੍ਹਾਂ ਨੇ ਨੇਤਰਾਂ ਦੇ ਨਾਲ ਗੁਰੂ ਦਾ ਦਿਦਾਰਾ ਕੀਤਾ ਉਹਨਾਂ ਦੇ ਨੇਤਰ ਸਫਲੇ ਹੋ ਗਏ, ਕੰਨਾਂ ਨਾਲ ਸੁਣਨ ਵਾਲਿਆਂ ਦੇ ਕੰਨ ਸਫਲੇ ਹੋਏ। ਮਹਾਰਾਜ ਕਹਿਣ ਲੱਗੇ, ਅਚਰਜ ਤੇਰੀ ਵਡਿਆਈ, ਆਪ ਜੀ ਦੀ ਵਡਿਆਈ ਹੈਰਾਨ ਕਰਨ ਵਾਲੀ, ਭਾਵੇਂ ਕੋਈ ਵੇਖ ਕੇ ਭਾਵੇਂ ਕੋਈ ਸੁਣ ਕੇ ਹੋ ਜਾਵੇ, ਐਸੀ ਆਪ ਜੀ ਵਡਿਆਈ ਦੇ ਮਾਲਕ ਹੋ। ਨਿਤ ਨਾਨਕ ਨਾਮ ਧਿਆਈ। ਐਸੇ ਪਰਮਾਤਮਾ ਦੇ ਨਾਮ ਨੂੰ ਨਿਤਾ ਪ੍ਰਤੀ ਜਪਣਾ ਚਾਹੀਦਾ, ਹਰ ਰੋਜ਼ ਧਿਆਉਣਾ ਚਾਹੀਦਾ ਹੈ। ਕਈ ਵਾਰੀ ਆਪਾਂ ਕੀ ਕਰਦੇ, ਅੱਜ ਸੰਗਰਾਂਦ ਹੈ ਚਲੋ ਮੱਥਾ ਟੇਕ ਆਈਏ, ਸੰਗਰਾਂਦ 'ਤੇ ਮੱਥਾ ਟੇਕਿਆ, ਹੁਣ ਕਦੋਂ ਆਵਾਂਗੇ, ਹੁਣ ਅਗਲੀ ਸੰਗਰਾਂਦ 'ਤੇ ਆਵਾਂਗੇ। ਪਰ ਇਹ ਅਸੀਂ ਬਚਨ ਭੁੱਲ ਗਏ ਵੀ ਜਿਹੜਾ ਸਾਹ ਅਸੀਂ ਅੱਜ ਲੈਂਦੇ ਪਏ ਹਾਂ, ਇਹ ਸਾਹ ਤੇ ਅਸੀਂ ਰੋਜ਼ ਹੀ ਲੈਣੇ ਨੇ। ਕਦੇ ਇਹ ਤਾਂ ਨਹੀਂ ਸੋਚਿਆ ਵੀ ਅੱਜ ਮੈਂ ਸਾਹ ਲੈ ਲਿਆ ਤੇ ਬਸ ਹੁਣ ਮੈਂ ਅਗਲੀ ਸੰਗਰਾਂਦ 'ਤੇ ਸਾਹ ਲਵਾਂਗਾ, ਆਪਣਾ ਨੱਕ ਬੰਦ ਕਰ ਲਈਏ। ਨਹੀਂ, ਸਾਹ ਤੇ ਰੋਜ਼ ਆਉਂਦਾ ਪਿਆ। ਉਹ ਤਾਂ ਨਹੀਂ ਕਦੇ ਇਸ ਬਾਰੇ ਸੋਚਿਆ ਵੀ ਰੋਜ਼ ਕਿਉਂ ਆਉਂਦਾ, ਅਸੀਂ ਮਹੀਨੇ ਬਾਅਦ ਹੀ ਸਾਹ ਲੈਣਾ, ਬਾਕੀ ਦਿਨ ਸਾਹ ਲੈਣਾ ਨਹੀਂ।
ਪ੍ਰਸ਼ਾਦਾ ਰੋਜ਼ ਸਕਦਾ, ਸਵੇਰੇ ਭੁੱਖ ਲੱਗਦੀ, ਸ਼ਾਮ ਨੂੰ ਭੁੱਖ ਲੱਗਦੀ ਹੈ, ਪਰ ਉਹਦੇ ਬਾਰੇ ਵੀ ਕਦੇ ਇਹ ਬਚਨ ਨਹੀਂ ਆਇਆ ਵੀ ਅੱਜ ਸੰਗਰਾਂਦ ਸੀ, ਅੱਜ ਪ੍ਰਸ਼ਾਦਾ ਛਕਿਆ, ਹੁਣ ਅਗਲੀ ਸੰਗਰਾਂਦ ਤੇ ਛਕਾਂਗਾ, ਅੱਜ ਪਾਣੀ ਪੀਤਾ, ਹੁਣ ਅਗਲੀ ਸੰਗਰਾਂਦ ਤੇ ਪੀਵਾਂਗਾ। ਨਹੀਂ, ਉਹ ਤੇ ਕੰਮ ਕਰਦਾ ਰੋਜ਼। ਜਦੋਂ ਕੰਮ ਆ ਜਾਂਦਾ ਨਿਤਨੇਮ ਤੇ ਪਾਠ ਤੇ, ਉਦੋਂ ਆਖਦਾ ਵੀ ਅੱਜ ਮੱਥਾ ਟੇਕ ਲਿਆ, ਹੁਣ ਮੇਰੇ ਕੋਲ ਟਾਈਮ ਨਹੀਂ, ਹੁਣ ਅਗਲੇ ਸਮੇਂ ਆ ਕੇ ਦੇਖਾਂਗੇ। ਅੱਜ ਮੈਂ ਕੋਈ ਚੰਗਾ ਕਰਮ ਕੀਤਾ, ਹੁਣ ਮੇਰੇ ਕੋਲ ਟਾਈਮ ਨਹੀਂ, ਹੁਣ ਅਗਲੇ ਮਹੀਨੇ ਦੇਖਾਂਗੇ। ਮਹਾਰਾਜ ਕਹਿਣ ਲੱਗੇ ਨਹੀਂ, ਨਿਤ ਨਾਨਕ ਨਾਮ ਧਿਆਏ। ਨਾਮ ਰੋਜ਼ ਜਪ, ਜਿਵੇਂ ਰੋਜ਼ ਸਾਹ ਲੈਣਾ, ਜਿਵੇਂ ਰੋਜ਼ ਪ੍ਰਸ਼ਾਦਾ ਛਕਦਾ, ਜਿਵੇਂ ਰੋਜ਼ ਪਾਣੀ ਪੀਂਦਾ, ਇਹ ਜਿਹੜੀ ਰੋਜ਼ ਦੀ ਤੂੰ ਕਿਰਿਆ ਕਰਦਾ ਉਹਦੇ ਨਾਲ ਨਾਲ ਨਾਮ ਜਪਣਾ ਵੀ ਤੇਰੀ ਨਿਤ ਦੀ ਕਿਰਿਆ ਹੈ। ਤਾਂ ਇਹਨੂੰ ਆਖਿਆ ਜਾਂਦਾ ਨਿਤ ਨੇਮ। ਨੇਮ ਦੇ ਨਾਲ ਰੋਜ਼ ਕੀਤਾ ਗਿਆ ਕੰਮ, ਪਰ ਰੋਜ਼ ਕਰਨਾ ਤੇ ਦੂਰ ਦੀ ਗੱਲ, ਤੇਰੇ ਕੋਲ ਤੇ ਨੇਮ ਹੀ ਨਹੀਂ ਹੈ, ਇੱਕ ਸਮਾਂ ਹੀ ਨਹੀਂ, ਕਦੇ ਸਮਾਂ ਕੋਈ ਤੇ ਕਦੇ ਕੋਈ, ਤੇਰੇ ਕੋਲ ਨਿਤ ਦੀ ਕਿਰਿਆ ਦਾ ਟਾਈਮ ਨਹੀਂ ਹੈ। ਪਰ ਪਾਤਸ਼ਾਹ ਕਹਿੰਦੇ ਨਿਤਨੇਮ ਤੋਂ ਭਾਵੇ ਹੈ ਨਿਤ ਦਾ ਕਰਮ। ਮਹਾਰਾਜ ਕਹਿਣ ਲੱਗੇ ਭਾਈ ਨਿਤ ਨਾਨਕ ਨਾਮ ਧਿਆਈ, ਨਿਤਾ ਪ੍ਰਤੀ ਉਹਦੇ ਨਾਮ ਨੂੰ ਜਪ, ਤੇਰਾ ਭਲਾ ਹੋਵੇਗਾ। ਇਹ ਸਤਿਗੁਰਾਂ ਨੇ ਰਹਿਮਤ ਕੀਤੀ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀ। ਦਿਓ ਸੱਜਣੇ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੇ ਪ੍ਰਤਪਾਲਾ। ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ।